ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਪਹਿਲ ਬਸੰਤੈ ਆਗਮਨ, ਪਹਿਲਾ ਮੌਲਿਓ ਸੋਏ। ਪਹਿਲ ਬਸੰਤੈ ਆਗਮਨ, ਪਹਿਲਾ ਮੌਲਿਓ ਸੋਏ। ਜਿਤ ਮੌਲਿਐ ਸਭ ਮੌਲੀਐ, ਤਿਸੈ ਨ ਮੌਲਿਓ ਕੋਏ। ਮਹਲਾ ਦੂਜਾ। ਪਹਿਲ ਬਸੰਤੈ ਆਗਮਨ, ਤਿਸਕਾ ਕਰੋ ਵਿਚਾਰ। ਨਾਨਕ ਸੋ ਸਾਲਾਹੀਐ, ਜੇ ਸਭ ਸੈ ਦੇ ਆਧਾਰ। ਮਹਲਾ ਦੂਜਾ। ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ। ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਪੌੜੀ। ਹਰ ਹਰ ਨਾਮ ਸਲਾਹੀਐ, ਸਚਕਾਰ ਕਮਾਵੈ। ਦੂਜੀ ਕਾਰੈ ਲੱਗਿਆਂ, ਫਿਰ ਜੋ ਨੀ ਪਾਵੈ। ਨਾਮ ਰਤਿਆਂ ਨਾਮ ਪਾਈਐ, ਨਾਮੇ ਗੁਣ ਗਾਵੈ। ਗੁਰ ਕੈ ਸ਼ਬਦ ਸਲਾਹੀਐ, ਹਰ ਨਾਮ ਸਮਾਵੈ। ਸਤਿਗੁਰ ਸੇਵਾ ਸਫਲ ਹੈ, ਸੇਵਿਐ ਫਲ ਪਾਵੈ। ਗੁਰ ਕੈ ਸ਼ਬਦ ਸਲਾਹੀਐ, ਹਰ ਨਾਮ ਸਮਾਵੈ। ਸਤਿਗੁਰ ਸੇਵਾ ਸਫਲ ਹੈ, ਸੇਵਿਐ ਫਲ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਕੀਤੀਆਂ ਨੇ। ਭਾਵੇਂ ਆਪ ਗੁਰੂ ਹਜ਼ੂਰ ਹਾਜ਼ਰ ਹੋ ਜਾਂ ਘਰਾਂ ਥਾਵਾਂ ਤੋਂ ਟੀਵੀ ਰਾਹੀਂ ਜਾਂ ਹੋਰ ਮੀਡੀਆ ਰਿਸੋਰਸਿਸ ਰਾਹੀਂ ਗੁਰੂ ਸ਼ਬਦ ਨੂੰ ਮਾਣ ਪਾ ਰਹੇ ਹੋ, ਵਡਭਾਗੀ ਹੋ। ਗੁਰੂਦੇਵ ਨੇ ਤਰਸ ਕੀਤਾ ਹੈ ਸਾਨੂੰ ਸ਼ਬਦ ਨਾਲ ਸੁਰਤ ਨੂੰ ਲਬਰੇਜ਼ ਕਰਨ ਲਈ, ਸਾਂਝ ਪਾਉਣ ਲਈ ਇਹ ਸਮਾਂ, ਘੜੀਆਂ ਤੇ ਸਮਰੱਥਾ ਦਿੱਤੀ ਹੈ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਸੂਹੀ ਕੀ ਵਾਰ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੈ। ਆਪ ਜੀ ਨੇ ਇਸ ਵਾਰ ਰਚਨਾ ਵਿੱਚੋਂ 19 ਨੰਬਰ ਪੌੜੀ ਤੋਂ ਦੇ ਨਾਲ ਲੱਗਦੇ ਸ਼ਲੋਕਾਂ ਦਾ ਪਾਠ ਸਰੋਤ ਪਾਇਆ ਹੈ। ਜੋ ਇਹ ਪਾਵਨ ਪੌੜੀ ਦੇ ਨਾਲ 3 ਸ਼ਲੋਕ ਨੇ, 2 ਸ਼ਲੋਕਾਂ ਦੀ ਵਿਚਾਰ ਪਿੱਤੇ 'ਚ ਹੋਈ ਹੈ। ਅੱਜ 3 ਨੰਬਰ ਸ਼ਲੋਕ ਅਤੇ ਨਾਲ ਲੱਗਦੀ ਪੌੜੀ ਜਿਵੇਂ ਸਮਾਂ ਅਲਾਓ ਕਰੇਗਾ, we will discuss, we will try to get the blessings in the form of understanding from Guru Sahib. So let's start the 3rd slok from this package. ਗੁਰੂ ਅੰਗਦ ਸਾਹਿਬ ਜੀ ਦੀ ਰਚਨਾ। ਮਹਾਰਾਜ ਕਹਿੰਦੇ, ਮਹਲਾ ਦੂਜਾ। ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ। ਇਹਦੇ 'ਚ ਮਿਲਣ ਦੀ ਗੱਲ ਵਾਰ-ਵਾਰ ਹੋ ਰਹੀ ਹੈ। ਤੇ ਮਿਲਣਾ ਜਦੋਂ ਧਾਰਮਿਕ ਤੌਰ 'ਤੇ, ਰੂਹਾਨੀ ਤੌਰ 'ਤੇ ਅਸੀਂ ਗੱਲ ਕਰਦੇ ਹਾਂ ਤੇ ਮਿਲਾਪ ਰੱਬ ਦਾ ਹੀ ਹੈ। ਰੱਬ ਦੇ ਮਿਲਾਪ ਦੀ ਗੱਲ ਹੋ ਰਹੀ ਹੈ। ਇਹਦੇ 'ਚ ਪਰਮੇਸ਼ਰ ਕਹਿ ਲਓ, ਪਾਰ ਬ੍ਰਹਮ ਕਹਿ ਲਓ, ਭਗਵਾਨ ਕਹਿ ਲਓ, ਜੋ ਨਾਮ ਅਸੀਂ ਦੇਣਾ ਚਾਹੀਏ ਉਸ ਰੂਪ ਦੇ ਵਿੱਚ, ਪਰ ਉਹਦੇ ਮਿਲਾਪ ਦੀ ਗੱਲ। ਧਰਮ ਦੀ ਦੁਨੀਆ ਜਦੋਂ ਮਿਲਾਪ ਦੀ ਗੱਲ ਆਉਂਦੀ ਹੈ, ਫਿਰ ਇਹਦੇ ਵੀ ਹੈ ਕਿ we can witness so many people in this world who are the self-claimer. Yes, we are spiritual, we have attained that oneness, we have attained that kind of stage where we have association with Almighty, we have seen Almighty, we
actually are able to make connection with Almighty. So different sort of explanation people try to do or try to give when they talk about this ਮਿਲੇ ਹੈ, ਇਸ ਮਿਲਣ ਦੀ ਗੱਲ ਹੁੰਦੀ ਹੈ। ਇਹਦੇ 'ਚ ਇਹ ਵੀ ਹੈ ਕਿ ਜਿਹੜਾ ਬਲੀਵ ਹੈ, ਬਲੀਵ ਵਰਸਸ ਸੁਪਰਸਟੀਸ਼ਨ, ਇਹਨਾਂ ਦੋਨਾਂ ਦੇ 'ਚ ਸਟਰਗਲ ਬੜੀ ਵੱਡੀ ਹੈ। ਜਿਸ ਚੀਜ਼ ਦਾ ਬੰਦਾ ਵਿਸ਼ਵਾਸੀ ਹੈ ਉਹ ਵਿਸ਼ਵਾਸ ਕਿਸੇ ਸਟਰੋਂਗ ਰਿਐਲਿਟੀ 'ਤੇ ਖੜ੍ਹਾ ਹੈ, ਕਿਸੇ ਸਟਰੋਂਗ ਲੌਜਿਕ 'ਤੇ ਖੜ੍ਹਾ ਹੈ, ਕਿਸੇ ਬੜੇ ਰਾਈਟ ਪਾਥ 'ਤੇ ਰਾਈਟ ਜਾਂ ਰੈਸ਼ਨਲ ਸਾਈਡ ਤੋਂ ਕਿਤੋਂ ਆ ਰਿਹਾ ਹੈ, ਜਾਂ ਉਹ ਆਪੋਂ ਥਾਪੀ ਹੋਈ ਮੀਨ ਸੈਲਫ ਕ੍ਰੀਏਟਿਡ, ਸੈਲਫ ਐਲੀਮੀਨੇਟਿਡ, ਸੈਲਫ ਜਨਰੇਟਿਡ ਸਮ ਸੋਰਟ ਆਫ ਕੋਈ ਬੰਦੇ ਦੀ ਸੋਚ ਆ, ਬੰਦੇ ਦਾ ਇੱਕ ਆਪਣਾ ਆਈਡੀਆ ਆ, ਉਹਦੀ ਬਾਤ ਹੈ। ਇਹਦੇ ਵਿੱਚ ਆਪਾਂ ਅੱਜ ਦੀ ਮਾਡਰਨ ਲੈਂਗੁਏਜ 'ਚ ਆ ਜਾਈਏ ਅਤੇ ਉਹਦੇ 'ਚ ਇੱਕ ਵਰਡ ਯੂਜ਼ ਕੀਤਾ ਜਾਂਦਾ ਹੈ ਫੋਬੀਆ। ਬੰਦੇ ਨੂੰ ਵੱਖਰੇ ਵੱਖਰੇ ਲੈਵਲ 'ਤੇ ਚੀਜ਼ਾਂ ਹੁੰਦੀਆਂ ਨੇ, ਮਤਲਬ ਜਿਹਨੂੰ ਅਸੀਂ ਵਹਿਮ ਕਹਿ ਦਿੰਦੇ ਹਾਂ, ਭਰਮ ਕਹਿ ਦਿੰਦੇ ਹਾਂ। ਇਹਨੂੰ ਹੋਰ ਸਰਲ ਕਰਕੇ ਗੱਲ ਕਰੀਏ ਤਾਂ ਇਹਦੇ ਵਾਸਤੇ ਵਰਡ ਯੂਜ਼ ਕਰਾਂਗੇ ਇਲਿਟਰੇਸ਼ਨ, ਅਗਿਆਨਤਾ, ਅਮੂੜਤਾ। ਇਹਦੇ 'ਚ ਕੁਛ ਚੀਜ਼ਾਂ ਮੈਂ ਇਹਦੇ ਨਾਲ ਜੇ ਇੰਗੇਜ ਕਰਾਂ, ਜਿਵੇਂ ਚਿਕਨ ਪੌਕਸ ਆ, ਚੇਚਕ, ਭਾਰਤੀ ਖਿੱਤੇ 'ਚ ਇਹਨੂੰ ਸੀਤਲਾ ਮਾਤਾ, ਮਤਲਬ ਇਹ ਮਾਤਾ ਨਿਕਲ ਆਈ ਹੈ, ਬਿਮਾਰੀ ਨੂੰ ਇਸ ਰੂਪ ਵਿੱਚ ਕਿਹਾ ਗਿਆ। ਅਤੇ ਇਕੱਲਾ ਨਹੀਂ, ਇਹੋ ਜਿਹੀਆਂ ਬਹੁਤ ਸਾਰੀਆਂ ਤੁਹਾਨੂੰ ਐਗਜ਼ਾਮਪਲਸ ਮਿਲਣਗੀਆਂ। ਮਤਲਬ ਇੱਕ ਸੁਪਰਸਟੀਸ਼ੀਅਸ ਵੇ ਦੇ ਨਾਲ ਉਹਨਾਂ ਚੀਜ਼ਾਂ ਦੀ ਐਕਸਪਲੇਨੇਸ਼ਨ ਕੀਤੀ ਗਈ, ਉਸੇ ਤਰੀਕੇ ਨਾਲ ਫਿਰ ਉਹਨੂੰ ਟਰੀਟ ਕੀਤਾ ਗਿਆ, ਅਤੇ ਉਹਦੇ ਵਿੱਚ ਸਮਾਜ ਬੜਾ ਡੀਪ ਲੈਵਲ 'ਤੇ ਚਲਾ ਗਿਆ। ਜਿਵੇਂ ਜਿਵੇਂ ਸਾਇੰਟੀਫਿਕ ਸਟੱਡੀਜ਼ ਆਈਆਂ, ਹੋਰ ਚੀਜ਼ਾਂ ਇਨਵੋਲਵ ਹੋਈਆਂ, ਅਤੇ ਪਤਾ ਲੱਗਾ ਐਕਚੁਅਲੀ ਇਹ ਮਾਤਾ ਤਾਂ ਕੋਈ ਨਹੀਂ, ਇਹ ਤਾਂ ਇੱਕ ਬਿਮਾਰੀ ਹੈ, ਐਪੀਡੈਮਿਕ ਕਹਿ ਲਓ, ਕਦੀ ਪੈਂਡੈਮਿਕ ਸੀਗੀ ਪਰ ਅੱਜ ਕੱਲ੍ਹ ਐਪੀਡੈਮਿਕ ਦੇ ਤੌਰ 'ਤੇ ਕਹਿ ਲਓ ਕਿ ਇੱਕ ਐਗਜ਼ਿਸਟ ਕਰਨ ਵਾਲੀ ਇੱਕ ਵੱਡੀ ਅਲਾਮਤ ਹੈ, ਜਿਹੜੀ ਵਕਤ ਬਾ ਵਕਤ ਕਿਤੇ ਨਾ ਕਿਤੇ ਲੋਕਾਂ ਨੂੰ ਹੋ ਜਾਂਦੀ, ਬੱਚਿਆਂ ਨੂੰ ਹੋ ਜਾਂਦੀ ਇਸ ਰੂਪ ਦੇ ਵਿੱਚ। ਠੀਕ ਹੈ ਜੀ, ਇਹਦੇ ਟਰੀਟਮੈਂਟਸ ਲੱਭੇ ਗਏ, ਸਭ ਚੀਜ਼ਾਂ ਹੋਈਆਂ, ਪਰ ਮਨ ਮੰਡਲ ਦੇ ਵਿੱਚੋਂ ਬੰਦੇ 'ਚੋਂ ਕਿਵੇਂ ਜਾਏ? ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸਮੇਂ ਦੇ ਵਿੱਚ ਇਹਦੇ ਬਾਬਤ ਬੜੀ ਅਵੇਅਰਨੈਸ ਕ੍ਰੀਏਟ ਕੀਤੀ। ਗੁਰੂ ਹਰਗੋਬਿੰਦ ਸਾਹਿਬ ਨੂੰ ਚੇਚਕ ਹੋ ਗਈ, ਲੋਕਾਂ ਨੇ ਕਿਹਾ ਕਿ ਮਤਲਬ ਤੁਸੀਂ ਜੋ ਔੜ ਪੌੜ ਲੋਕ ਕਰਦੇ ਨੇ ਉਹੀ ਕਰੋ। ਬਾਬਾ ਜੀ ਕਹਿੰਦੇ ਨਹੀਂ ਭਾਈ, ਤਿਮਾਰਦਾਰੀ ਹੋਏਗੀ, ਇਲਾਜ ਹੋਏਗਾ, ਸਭ ਚੀਜ਼ਾਂ ਹੋਣਗੀਆਂ, ਕਰਤਾਰ ਜੋ ਕਰੇਗਾ ਉਹਦੇ ਤੇ ਵਿਸ਼ਵਾਸ ਕਰਾਂਗੇ। ਸੋ ਇੱਕ ਅੰਧ ਵਿਸ਼ਵਾਸ ਨੂੰ, ਇੱਕ ਸੁਪਰਸਟੀਸ਼ੀਅਸ ਬਲੀਵ ਨੂੰ ਗੁਰੂ ਬਾਬਾ ਜੀ ਨੇ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਤਬਦੀਲ ਕੀਤਾ, ਉਹਦੀ ਤਬਦੀਲੀ ਹੋਈ ਇੱਕ ਸੱਚ ਦੇ ਵਿਸ਼ਵਾਸ ਦੇ ਨਾਲ। ਆਪਣੇ ਪਰਿਵਾਰ, ਆਪਣੇ ਪਿੰਡੇ 'ਤੇ ਹੰਢਾ ਕੇ ਚੀਜ਼ਾਂ ਦੱਸਿਆ, ਧਰਤੀ ਦੀ ਹਰ ਚੀਜ਼ ਨੂੰ ਸਹੀ ਰੂਪ ਵਿੱਚ ਦੇਖੋ। ਅੱਜ ਸਾਡੇ ਇਸ ਮੁਬਾਲਿਕ ਦੇ ਵਿੱਚ ਮੈਰੂਆਨਾ, ਜਿਹਨੂੰ ਕੈਨੇਬਿਸ ਕਹਿੰਦੇ ਆ, ਇਹਨਾਂ ਨੂੰ ਲੀਗਲਾਈਜ਼ ਕੀਤਾ ਗਿਆ, ਇਹਨਾਂ ਦਾ ਯੂਜ਼ ਵੱਧ ਗਿਆ। ਅਜੇ ਤਾਂ ਪ੍ਰੋਪਰ ਡਾਟਾ ਆਉਣਾ ਸਾਡੇ ਕੋਲ, ਪਰ ਡਿਊ ਟੂ ਕੋਵਿਡ ਇਟ ਹੈਜ਼ ਇਨਕਰੀਜ਼ਡ ਅ ਲੋਟ। ਹੁਣ ਇਹਦੇ 'ਚ ਹਾਲਤ ਇਹ ਬਣੀ ਹੈ ਕਿ ਇਹਦੇ ਬਾਰੇ ਇੱਕ ਤਾਂ ਲੌਂਗਟੀਟਿਊਡ ਸਟੱਡੀਜ਼ ਕੋਈ ਨਹੀਂ ਹੈਗੀਆਂ। ਨੋ ਡਾਊਟ ਨੇਚਰ ਦੁਆਰਾ ਪ੍ਰੋਡਿਊਸ ਕੀਤਾ ਗਿਆ ਇੱਕ ਨੈਚੁਰਲ ਪਲਾਂਟ ਆ। ਇਸ ਨੂੰ ਨਾ ਮਤਲਬ ਇੱਕ ਸਟੀਮੂਲੇਟ ਕਰਨ ਵਾਲੇ ਡਰੱਗਸ 'ਚ ਰੱਖਿਆ ਜਾ ਸਕਦਾ ਹੈ, ਨਾ ਡਿਪਰੈਸ ਕਰਨ ਵਾਲੇ ਡਰੱਗ 'ਚ ਰੱਖਿਆ ਜਾ ਸਕਦਾ ਹੈ। ਇਹਦੀ ਆਪਣੀ ਲਾਈਨ ਆ, ਜਿਹਨੂੰ ਅਸੀਂ ਖਾਸ ਕਰਕੇ ਹੈਲੂਸੀਨੇਸ਼ਨ ਦੀ ਲਾਈਨ ਕਹਿੰਦੇ ਹਾਂ, ਜਿਹਦੇ 'ਚ ਧਤੂਰਾ ਆਉਂਦਾ, ਭੰਗ ਆਉਂਦੀ ਹੈ, ਕੁਝ ਹੋਰ ਇਸ ਕਿਸਮ ਦੇ ਬੂਟੇ ਆਉਂਦੇ ਨੇ। ਹੁਣ ਇਹ 'ਚ ਕੋਈ ਇਹ ਤਾਂ ਹੈ ਨਹੀਂ ਗਾ, ਕੋਈ ਬੰਦਾ ਚਾਹੇ ਯੂਜ਼ ਕਰਨਾ ਕਰ ਸਕਦਾ ਆ, ਬਟ ਜਿਹੜਾ ਇਹਦਾ ਬੜੇ ਸ਼ੋਰਟ ਟਰਮ ਸਟੱਡੀਜ਼ ਦੇ ਵਿੱਚੋਂ ਪਤਾ ਲੱਗਾ, ਜੋ ਕਿ ਯੂਨੀਵਰਸਿਟੀ ਸਾਈਡ ਤੋਂ, ਰਿਸਰਚ ਸਾਈਡ ਤੋਂ ਜਾਂ ਮੈਡੀਕਲ ਸਾਈਡ ਤੋਂ ਰਿਸਰਚ 'ਚ ਆਇਆ ਹੈ, ਉਹ 'ਚ ਹੈ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਸਕਿਜ਼ੋਫਰੈਨਿਕ ਹੋਣ ਦੀ ਥੋੜ੍ਹੀ ਜਿਹੀ ਵੀ ਉਮੀਦ ਆ, ਖਾਸ ਕਰਕੇ ਯੰਗ ਏਜ ਦੇ ਵਿੱਚ, ਜੇ ਉੱਥੇ ਮੈਰੂਆਨਾ ਦੀ ਇੰਟਰਵੈਂਸ਼ਨ ਹੋ ਗਈ ਦੈਨ ਇਟਸ ਗੋਨਾ ਬੀ ਨਾਈਟਮੇਅਰ। ਉਹ ਇੱਕਦਮ ਉਸ ਚੀਜ਼ ਨੂੰ ਬੂਸਟ ਕਰ ਦੇਗਾ।
ਹੁਣ ਇਹ ਜਿਹੜੀ ਚੀਜ਼ ਮੈਂ ਗੱਲ ਕਰ ਰਿਹਾ, ਇਹਦੇ 'ਚ ਹੁੰਦਾ ਕੀ ਹੈ? ਪੈਰਾਨੋਇਡਸ, ਹੈਲੂਸੀਨੇਸ਼ਨ ਹੁੰਦੀ ਹੈ। ਹੁਣ ਹੈਲੂਸੀਨੇਸ਼ਨ ਦਾ ਮਾਇਨਾ ਭਾਰਤੀ ਖਿੱਤੇ ਦੇ ਵਿੱਚ ਬੜੇ ਲੋਕ ਅੱਜ ਵੀ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੂੰ ਚੌਂਕੀਆਂ ਆਉਂਦੀਆਂ ਨੇ, ਜਿਨ੍ਹਾਂ ਨੂੰ ਚੀਜ਼ਾਂ ਦਿਸਦੀਆਂ ਨੇ, ਸੁਣਦੀਆਂ ਨੇ, ਆਵਾਜ਼ਾਂ। ਉਹ ਡਰਾਉਣੀਆਂ ਵੀ ਹੋ ਸਕਦੀਆਂ ਨੇ, ਉਹ ਬਿੱਲੀਆਂ, ਚੂਹੇ, ਸਪਾਈਡਰ, ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ। ਉਹ ਇਹ ਵੀ ਹੋ ਸਕਦਾ ਹੈ ਕੋਈ ਆਪੂ ਕਲਪਿਤ ਕੀਤੀ ਹੋਈ ਕਿਸੇ ਅਵਤਾਰ ਦੀ, ਕਿਸੇ ਪੈਗੰਬਰ ਦੀ ਜਾਂ ਕਿਸੇ ਰੱਬ ਦੀ ਪਿਕਚਰ ਦਿਸਣੀ ਸ਼ੁਰੂ ਹੋ ਜਾਏ। ਦੈਟ ਇਜ਼ ਆਲਸੋ ਕਾਈਂਡ ਆਫ ਇੱਕ ਫੋਬੀਆ ਹੈ, ਇੱਕ ਪੈਰਾਨੋਇਡਸ ਵਾਲੀ ਕੰਡੀਸ਼ਨ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਬੰਦਾ ਰੱਬ ਬਾਰੇ ਜਾਂ ਸਾਡੇ ਆਮ ਕਰਕੇ ਸ਼ਹੀਦਾਂ ਬਾਰੇ ਵੀ ਕਈ ਵਾਰੀ ਕਹਿ ਦਿੱਤਾ ਜਾਂਦਾ ਇਸ ਤਰੀਕੇ ਦੇ ਨਾਲ, ਉਹ ਹੋ ਰਿਹਾ ਅਤੇ ਉਹਨੂੰ ਐਜ਼ ਇਟ ਇਜ਼ ਮੰਨ ਲਿਆ ਜਾਏ। ਸੌਰੀ ਟੂ ਸੇ, ਮੈਂ ਮਾਫੀ ਮੰਗਦੇ ਹੋਏ ਕਹਿਣ ਲੱਗਾ, ਇੱਥੇ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ, ਕੈਨੇਡਾ ਦੀ ਗੱਲ ਕਰ ਰਿਹਾ, ਬਹੁਤ ਸਾਰੇ ਐਸੇ ਬੱਚੇ ਮੇਰੇ ਆਪਣੀ ਬੜੇ ਥੋੜ੍ਹੇ ਸਮੇਂ ਦੀ ਪ੍ਰੈਕਟਿਸ ਵਿੱਚ ਆਏ ਨੇ ਜਿਨ੍ਹਾਂ ਨੇ ਇਸ ਤਰੀਕੇ ਦੀਆਂ ਗੱਲਾਂ ਕਲੇਮ ਕੀਤੀਆਂ। ਮੈਨੂੰ ਗੁਰੂ ਨਾਨਕ ਸਾਹਿਬ ਮਿਲਦੇ ਨੇ ਆ ਕੇ, ਆਈ ਕੈਨ ਟਾਕ ਟੂ ਗੁਰੂ ਨਾਨਕ ਸਾਹਿਬ। ਈਵਨ ਦੇਰ ਆਰ ਸਮ who were saying, I am Guru Nanak, that way. ਜੇ ਤੁਸੀਂ ਜਾਓਗੇ ਪਿੱਛੇ ਤੇ ਪਤਾ ਲੱਗੇਗਾ ਹੋਇਆ ਕੀ ਹੈ। ਮੈਂਟਲੀ ਬੰਦਾ ਸਟੇਬਲ ਨਹੀਂ ਹੈਗਾ, ਸਟੇਬਲ ਨਹੀਂ, ਬਿਲਕੁਲ ਠੀਕ ਹੈ, ਸਟੇਬਲ ਨਹੀਂ ਹੈਗਾ। ਇਹਦੇ 'ਚ ਭੰਗ ਇਨਵੋਲਵ ਹੋ ਗਈ, ਕੁਝ ਹੋਰ ਡਰੱਗਸ ਇਨਵੋਲਵ ਹੋ ਗਏ, ਕੁਝ ਇਨਵਾਇਰਮੈਂਟ ਇਨਵੋਲਵ ਹੋ ਗਿਆ, ਕੁਝ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਟੀਚਿੰਗਸ ਇਨਵੋਲਵ ਹੋ ਗਈਆਂ ਧਾਰਮਿਕ ਤੌਰ 'ਤੇ। ਹੁਣ ਇਹ ਸਾਰੇ ਨਾਲ ਕੀ ਹੋਏਗਾ? ਸਪੋਜ਼ ਕਰੋ ਅੱਜ ਕੱਲ੍ਹ ਅਸੀਂ ਵਾਈਲਡ ਫਾਇਰ ਦੀ ਬਹੁਤ ਗੱਲ ਕਰਦੇ ਹਾਂ, ਇਹਦੇ ਅੰਦਰ ਇੱਕ ਫੈਕਟਰ ਕੰਟਰੀਬਿਊਟ ਨਹੀਂ ਕਰ ਰਿਹਾ। ਮਤਲਬ ਇੱਕ ਹਫ਼ਤੇ ਦੀ ਗਰਮੀ ਵੱਧ ਗਈ ਐਂਡ ਡਿਊ ਟੂ ਹੀਟ ਵੇਵਸ ਇਟਸ ਹੈਪਨਿੰਗ, ਨੋ, that is the trigger part. There are other few factors too which have played actually big role in all these wildfires. ਨੰਬਰ ਇੱਕ ਚੀਜ਼ ਕੀ ਹੈ? ਨੰਬਰ ਇੱਕ ਚੀਜ਼, ਸਭ ਤੋਂ ਪਹਿਲੀ ਚੀਜ਼ ਇਹ ਹੈ, ਲਗਾਤਾਰ ਡਰਾਟ ਰਹਿਣ ਦੇ ਨਾਲ, ਲਗਾਤਾਰ ਉਹ ਚੀਜ਼ਾਂ ਰਹਿਣ ਦੇ ਨਾਲ ਜੰਗਲ ਵਿਰਲੇ ਹੋ ਗਏ, ਉਹਨਾਂ 'ਚੋਂ ਹਵਾ ਗੁਜ਼ਰਨ ਵਾਸਤੇ ਜਗ੍ਹਾ ਬਣ ਗਈ। ਨੰਬਰ 2, ਲਗਾਤਾਰ ਸਾਲਾਂ ਦੇ ਸਾਲ ਬੂਟੇ ਸੁੱਕਣ ਦੇ ਨਾਲ ਵਿੱਚ ਬਹੁਤ ਸਾਰਾ ਸੁੱਕੀ ਲੱਕੜ ਜਿਹਨੇ ਫਿਊਲ ਦਾ ਕੰਮ ਕੀਤਾ ਉਹ ਬਣ ਗਈ। ਨੰਬਰ 3, ਜਗ੍ਹਾ ਜਗ੍ਹਾ ਤੇ ਪਾਕਟਸ ਬਣ ਗਈਆਂ ਜਿਹਦੇ 'ਚ ਬਸਤੀਆਂ ਵਸ ਗਈਆਂ, ਹਿਊਮਨ ਇੰਟਰਵੈਂਸ਼ਨ ਹੋ ਗਈ ਬਹੁਤ ਸਾਰੀ। ਇਸ ਤੋਂ ਬਾਅਦ ਬਹੁਤ ਸਾਰੇ ਏਰੀਆਜ਼ ਐਸੇ ਜਿੱਥੇ ਮੇਥਨ ਗੈਸ ਵੱਧ ਗਈ ਕਾਫੀ ਹੱਦ ਤੱਕ, ਫਿਰ ਇਹ ਹੀਟ ਵੇਵਸ ਆ ਗਈਆਂ। ਮਤਲਬ ਇੱਕ ਜਸਟ ਐਗਜ਼ਾਮਪਲ ਕਰ ਰਿਹਾ ਮੈਂ। ਹੁਣ ਉਹਦੇ 'ਚ ਹੁੰਦਾ ਇਹ ਹੈ ਕਿ ਬੜੇ ਕੰਪਲੈਕਸ ਕਿਸਮ ਦੇ ਇਸ਼ੂਜ਼ ਨੂੰ ਅਸੀਂ ਇੱਕ ਸਿਲਵਰ ਬੁਲੇਟ ਦੇ ਨਾਲ ਹੱਲ ਕਰਕੇ, ਇੱਕ ਸਿਲਵਰ ਉਹਦਾ ਇੱਕ ਜਿਹੜਾ ਹੈਗਾ ਜਸਟ ਇੱਕ ਕ੍ਰਾਈਟੀਰੀਆ ਦੇ ਵਿੱਚੋਂ ਇੱਕ ਚੀਜ਼ ਕੱਢ ਕੇ ਵੀ ਇਹਦੇ ਨਾਲ ਅਸਰ ਹੋ ਜਾਏ, ਇਹਦੇ ਨਾਲ ਹੱਲ ਲੱਭ ਜਾਏਗਾ, ਨੋ। ਹੁਣ ਹਕੀਕੀ ਰੂਪ ਦੇ ਵਿੱਚ ਦੇਖਿਆ ਜਾਏ, ਅਧਿਆਤਮਕਤਾ ਨੂੰ, ਸਪਿਰਿਚੁਅਲਿਟੀ ਨੂੰ, ਧਰਮ ਨੂੰ, ਰੂਹਾਨੀਅਤ ਨੂੰ, ਰਿਲੀਜੀਅਸਿਟੀ ਨੂੰ we have to understand on a proper level. That is Gurbani's main purpose. If we really want to connect ourselves with this Gurbani, then we should have this is in our mind, or clear message in our mind. We should understand this Bani in proper manners. Then definitely this Gurbani is going to bless us the enlightenment. ਹੁਣ ਉਹਦੇ ਵਿੱਚ ਇਹ ਹੈ ਕਿ ਪੈਰਾਨੋਇਡਸ ਹੋਣੇ, ਸਭ ਚੀਜ਼ਾਂ ਹੋਣੀਆਂ, ਅਤੇ ਲੋਕਾਂ ਦਾ ਸੈਲਫ ਕਲੇਮਰਸ ਆ ਜਾਣੇ, ਮੈਂ ਮਿਲ ਪਿਆ, ਫਲਾਣਾ ਮਿਲਿਆ ਆ, ਫਲਾਣਾ। ਈਵਨ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦੇਵਾਂ ਜੇ, ਪੰਜਾਬ ਦੇ ਵਿੱਚ ਇੱਕ ਇਲਾਕੇ ਦੇ ਅੰਦਰ ਇੱਕ ਡੇਰਾ ਜੋ ਅਜੇ ਤੱਕ ਵੀ ਕਿਤੇ ਨਾ ਕਿਤੇ ਕਿਸੇ ਚਰਚਾ ਦਾ ਵਿਸ਼ਾ ਬਣਿਆ ਰਿਹਾ, ਉੱਥੇ ਇੱਕ ਸ਼ਖਸ ਉਹ ਕਹਿੰਦਾ ਕਿ ਮੈਂ ਰੱਬ ਵਿਖਾਉਣਾ, ਕਮ ਇਫ ਯੂ ਵਾਂਟ ਟੂ ਸੀ ਰੱਬ। ਠੀਕ ਹੈ ਜੀ, ਲੋਕ ਜਾਣੇ ਸ਼ੁਰੂ ਹੋ ਗਏ। ਬਾਅਦ ਦੇ ਵਿੱਚ ਕੁਝ ਜਿਹੜੇ ਉਹਦੇ ਸਪੋਜ਼ ਕਰੋ ਉਸ ਬੰਦੇ ਦੀਆਂ ਰਾਜ਼ਦਾਰੀਅਤ ਨੂੰ ਜਾਣਦੇ ਸੀਗੇ, ਪੀਪਲ ਹੂ ਨੋ the Dera's secrecies, who knows actually
fear of interfere of whole Dera and Dera people. They come out and they spoke, actually they have spoken a lot of things about that Dera. ਉਹਨਾਂ ਨੇ ਦੱਸਿਆ ਕਿ ਕਰਦਾ ਕੀ ਹੈ, ਹੁਣ ਹੁੰਦਾ ਕੀ ਹੈ ਕਿ ਉਹ ਬੰਦੇ ਨੂੰ ਪ੍ਰਪੇਅਰ ਕਰਦਾ, ਉਹ ਕਹਿੰਦਾ ਰੱਬ ਵੇਖਣਾ ਹੈ, ਹਾਂ ਆਈ ਤੂੰ, ਤੇਰੀ ਮੈਂ ਕਲਿੰਜਿੰਗ ਕਰਾਂਗਾ, ਪ੍ਰਪੇਅਰ ਕਰਾਂਗਾ, ਵੇਖ ਲੇਗਾ ਰੱਬ ਤੂੰ, ਬੰਦਾ ਆਈ ਜਾਂਦਾ ਹੌਲੀ ਹੌਲੀ ਉਹਨੂੰ ਹਿਪਨੋਟਾਈਜ਼ ਕਰਦਾ, ਹਿਪਨੋਸਿਸ 'ਚ ਚਲਾ ਜਾਂਦਾ, ਉਸਨੂੰ ਸਟੋਰੀ ਸੁਣਾਉਂਦਾ, ਕਹਾਣੀਆਂ ਸੁਣਾਉਂਦਾ। ਹੋ ਸਕਦਾ ਇਸ ਕਿਸਮ ਦਾ ਕੁਝ ਥੋੜ੍ਹਾ ਬਹੁਤਾ ਕੈਮੀਕਲ ਵੀ ਉਹਨਾਂ ਨੂੰ ਫੂਡ 'ਚ ਪਾ ਕੇ ਦਿੰਦਾ ਹੋਏ ਉਸ ਤਰੀਕੇ ਦੇ ਨਾਲ, ਜਿਸ ਟਾਈਮ ਸੇਇੰਗ ਜਿਹਦੀ ਆਮ ਕਰਕੇ ਚਰਚਾ ਹੁੰਦੀ ਹੈ ਇਸ ਕਿਸਮ ਦੇ ਤਰੀਕੇ ਦੇ ਨਾਲ। ਫਿਰ ਉਹਨੂੰ ਇਹ ਰੂਪ ਵਿੱਚ ਕਿਹਾ ਜਾਂਦਾ ਕਿ ਦੇਖ ਭਾਈ ਰੱਬ ਵੇਖਣ ਦੀ ਜਿੱਦ ਨਹੀਂ ਕਰੀਦੀ, ਬੜਾ ਔਖਾ, ਮੈਂ ਵੇਖਿਆ ਬੜਾ ਤੰਗ ਹੋਇਆ। ਅੱਛਾ, ਕਈ ਲੋਕ ਤਾਂ ਉੱਥੇ ਹੀ ਮੁੱਕਰ ਜਾਂਦੇ, ਬਾਈ ਠੀਕ ਹੈ ਵੀ ਇੰਨਾ ਔਖਾ ਕੰਮ ਕਿਉਂ ਕਰਨਾ, ਤੂੰ ਵੇਖਿਆ, ਬਸ ਮੈਂ ਤੇਰੇ 'ਤੇ ਵਿਸ਼ਵਾਸ ਕਰ ਰਹਾ, ਤੂੰ ਰੱਬ ਵੇਖਿਆ, ਰੱਬ ਨੂੰ ਮਿਲਿਆ। ਕਈ ਲੋਕ ਕਹਿੰਦੇ ਨਹੀਂ ਆਈ ਰੀਅਲੀ ਵਾਂਟ ਟੂ ਸੀ। ਅੱਛਾ ਆ ਜੀ, ਫਿਰ ਮੈਂ ਦਿਖਾਵਾਂਗੇ। ਜੋ ਦਿਖਾਣਾ ਹੈ ਉਸਨੇ ਫਿਰ ਪੂਰਾ ਪਲਾਨ ਕਰਕੇ ਉਸ ਰੂਪ ਦੇ ਵਿੱਚ, ਉਹ ਕਹਿੰਦੇ ਵੀ ਮਰਕਰੀ ਲਾਈਟਸ ਬੜੀਆਂ ਵੱਡੀਆਂ ਇਸ ਤਰੀਕੇ ਨਾਲ ਲਾਈਆਂ ਨੇ ਇੱਕ ਵਾਲ ਦੇ ਉੱਤੇ, ਬੰਦੇ ਨੂੰ ਉੱਥੇ ਲੈ ਜਾਣਾ, ਉਹਦੀਆਂ ਅੱਖਾਂ ਬੰਦ ਕਰ ਦੇਣੀਆਂ ਨੇ ਬਿਲਕੁਲ ਪੱਟੀਆਂ ਦੇ ਨਾਲ, ਉਹਨੂੰ ਬਿਲਕੁਲ ਉਹਨਾਂ ਦੇ ਕਲੋਜ਼ ਲੈ ਜਾਣਾ। ਉਹਨਾਂ ਨੂੰ ਕਹਿਣਾ ਜਦੋਂ ਰੱਬ ਦਿਸਦਾ ਆ ਇੰਨਾ ਪ੍ਰਕਾਸ਼ ਹੋ ਜਾਂਦਾ, ਕਿਉਂਕਿ ਰੱਬ ਪ੍ਰਕਾਸ਼ ਆ, ਨੂਰ ਆ, ਇਸ ਕਰਕੇ ਲਗਾਤਾਰ ਉਹਨੂੰ ਇਸ ਕਿਸਮ ਦੀ ਗੱਲ ਕਰੀ ਜਾਣੀ, ਖੜਾ ਰੱਖਣਾ ਉਹਨੂੰ ਕਈ ਘੰਟੇ ਉੱਥੇ। ਫਿਰ ਹੌਲੀ ਹੌਲੀ ਸਾਊਂਡਸ ਹੋਣੇ ਸ਼ੁਰੂ ਹੋਣੇ, ਜਿਵੇਂ ਹਵਾ ਆ, ਮਤਲਬ ਜਿਹੜੇ ਏਅਰ ਸਾਊਂਡਸ ਹੁੰਦੇ ਨੇ, ਹਵਾ ਦੀ ਸ਼ੂਕਣ ਦੀ ਆਵਾਜ਼। ਕੁਦਰਤੀ ਤੌਰ 'ਤੇ ਜਿਹੜੀਆਂ ਸਾਡੀਆਂ ਖਾਸ ਕਰਕੇ ਹੀਅਰਿੰਗ ਕਰਨ ਦੀ ਸ਼ਕਤੀ ਹੈ ਜਾਂ ਸੈਂਸਿਸ ਨੇ, ਇਹਨਾਂ ਦੇ ਵਿੱਚ ਮਦਰ ਨੇਚਰ ਵੱਲੋਂ ਕੁਝ ਚੀਜ਼ਾਂ ਪਾਈਆਂ ਗਈਆਂ ਨੇ। ਇੱਕ ਸਰਟਨ ਕਿਸਮ ਦੀ ਸੌਫਟ ਵੋਇਸ ਜਿਹੜੀ ਹੈ, ਸੌਫਟ ਆਵਾਜ਼ਾਂ ਜਿਹੜੀਆਂ ਨੇ, ਉਹ ਤੁਹਾਨੂੰ ਸੂਦਿੰਗ ਦਿੰਦੀਆਂ ਨੇ, ਤੁਹਾਨੂੰ ਆਰਾਮ ਦਿੰਦੀਆਂ ਨੇ। ਤੁਹਾਨੂੰ ਜਦੋਂ ਸਰਟਨ ਲੈਵਲ ਤੋਂ ਆਵਾਜ਼ਾਂ ਡਿਫਰੈਂਟ ਹੋਣੀਆਂ ਸ਼ੁਰੂ ਹੁੰਦੀਆਂ ਨੇ, ਸਾਡੇ ਅੰਦਰ ਬ੍ਰੇਨ ਦੇ ਜਿਹੜੇ ਕੈਮੀਕਲ ਪੈਦਾ ਹੁੰਦੇ ਨੇ, ਉਹਨਾਂ ਦੇ ਵਿੱਚ ਉਹ ਕੈਮੀਕਲਸ ਹੁੰਦੇ ਨੇ ਜਿਹੜੇ ਡਰ ਪੈਦਾ ਕਰਦੇ ਨੇ ਬਾਡੀ ਦੇ ਵਿੱਚ ਜਿਹੜੇ ਖਾਸ ਕਰਕੇ ਸਾਨੂੰ ਸਾਡੇ ਰੌਂਗਟੇ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ, ਸਾਨੂੰ ਜਿਹੜਾ ਹੈਗਾ ਉਸ ਤਰੀਕੇ ਨਾਲ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ। people start shivering, people start crying, people start feeling like that way। ਉਹਨਾਂ ਨੂੰ ਜਿਹੜਾ ਹੈਗਾ ਸਭ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਨੂੰ ਵੋਇਸ ਆਉਂਦੀਆਂ ਨੇ। ਕਈ ਲੋਕ ਚੀਕਾਂ ਮਾਰਦੇ, ਉਹ ਕਹਿੰਦੇ ਨਾ ਬਸ ਮੈਂ ਨਹੀਂ ਵੇਖਣਾ, ਬਸ ਬਾਅਦ ਜਾ ਕੇ ਦੱਸਦੇ ਵੀ ਰੱਬ ਤੇ ਆ ਗਿਆ ਸੀਗਾ, ਵੇਖਣ ਲੱਗਾ ਸੀਗਾ, ਬਸ ਉਹ ਮੈਂ ਫਿਰ ਡਰ ਗਿਆ, ਮੈਂ ਕਿਹਾ ਨਹੀਂ ਇਸ ਤਰੀਕੇ ਨਾਲ। ਕਈ ਫਿਰ ਵੀ ਬਜਿਦ ਹੁੰਦੇ ਨੇ, ਉਹਨੂੰ ਲੈਟਸ ਸੀ। ਉਹ ਫਿਰ ਅਖੀਰ ਉਹ ਸਾਰਾ ਇਨਵਾਇਰਮੈਂਟ ਬਣਾ ਕੇ ਫਿਰ ਕੀ ਕੀਤਾ ਜਾਂਦਾ, ਉਹਨਾਂ ਦੀਆਂ ਪੱਟੀਆਂ ਖੋਲ੍ਹਤੀਆਂ ਜਾਂਦੀਆਂ ਅੱਖਾਂ ਦੀਆਂ। ਹੁਣ ਇੰਨੀ ਲਾਈਟ ਆ ਜਿਹੜੀ ਬੇਅਰ ਆਈਜ਼ ਦੇ ਨਾਲ ਟੋਲਰੇਟ ਹੀ ਨਹੀਂ ਕੀਤੀ ਜਾ ਸਕਦੀ। ਉਹ ਬੰਦਾ ਚਿਹਰਾ ਪਿੱਛੇ ਕਰਦਾ, ਕਹਿੰਦੇ ਨਹੀਂ ਅੱਗੇ ਵੇਖ, ਰੱਬ ਅੱਗੇ, ਮੂੰਹ ਪਿੱਠ ਨਹੀਂ ਵਿਖਾਈ ਦੀ, ਮੌਤ ਹੋ ਜਾਂਦੀ ਹੈ, ਅੱਗੇ ਦੇਖ। ਉਹ ਅੱਖਾਂ ਵੇਖਦਾ, ਅੱਖਾਂ ਦਿਸਦਾ ਕੁਛ ਨਹੀਂ। ਉਹ ਬਾਹਰ ਆ ਕੇ ਫਿਰ ਲੋਕੀ ਪੁੱਛਦੇ ਕਿੱਦਾਂ, ਕਹਿੰਦਾ ਵੀ ਵੇਖਿਆ ਰੱਬ, ਉਹ ਪ੍ਰਕਾਸ਼, ਇੰਨਾ ਨੂਰ, ਚਿਹਰਾ ਤੇ ਨਹੀਂ ਵੇਖ ਪਾਇਆ ਮੈਂ, ਪਰ ਉਹ ਰੱਬ ਵੇਖ ਲਿਆ। ਵਾਟ ਇਜ਼ ਦਿਸ? ਇਹ ਅਸਲ ਦੇ ਵਿੱਚ ਬਿਮਾਰ ਮਾਨਸਿਕਤਾ ਆ। ਜੇ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਕਹਿੰਦੀ ਏ, ਗੁਰੂ ਨਾਨਕ ਸਾਹਿਬ ਨੂੰ ਪੜ੍ਹੋ, ਸਾਹਿਬ ਕਹਿੰਦੇ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿੱਚ ਚਲਤ ਮੋਹੀ। ਉਹਦੀ ਇੱਕ ਵੀ ਅੱਖ ਨਹੀਂ, ਉਹਦੀਆਂ ਹਜ਼ਾਰਾਂ ਅੱਖਾਂ ਨੇ। ਉਹ ਵਿਦਿਨ ਹੈ, ਉਹ ਵਿਦਾਊਟ ਆ, ਉਹ ਸਭ ਥਾਵਾਂ ਤੇ ਹੈ, ਉਹ ਕਿਤੇ ਵੀ ਨਹੀਂ, ਓਮਨੀ ਪ੍ਰੈਜ਼ੈਂਟ ਹੈ। ਫੜੋ ਕਿਵੇਂ ਸਕੋਗੇ ਉਸ ਨੂੰ? ਬਟ ਇਫ ਯੂ ਰੀਅਲੀ ਵਾਂਟ ਟੂ ਇੰਜੋਏ ਦ ਪ੍ਰੈਜ਼ੈਂਸ ਆਫ ਦੈਟ existence, that Almighty, then Baba Ji gives us very actually practical idea. Baba Ji says, sab mein jyot jyot hai soe, tis da ਚਾਨਣ ਸਭ ਮੈਂ ਚਾਨਣ ਹੋਏ। ਆ ਚਾਨਣ ਹੈ ਉਹਦਾ ਕੋਈ ਐਸਾ ਚਾਨਣ ਨਹੀਂ ਕਿ ਇੱਕਦਮ ਨੂੰ ਪਹਾੜ ਫਟਿਆ ਤੇ ਬਿਲਕੁਲ ਉਹ ਰੌਸ਼ਨੀ ਹੋ ਗਈ ਤੇ ਉਸ ਸਦਕਾ ਤੁਸੀਂ ਉਹਨੂੰ ਵੇਖ ਨਹੀਂ ਸਕਦੇ। ਨੋ, ਐਕਚੁਅਲੀ ਉਹਨੂੰ ਇਸ ਰੂਪ ਵਿੱਚ ਦੇਖ। ਪਰ ਹੁਣ ਇਹਦੇ 'ਚ ਇਹ ਹੈ ਕਿ ਇਸ ਤਰੀਕੇ ਦੀ ਜਦੋਂ ਬੰਦੇ ਦੇ ਕੰਨਾਂ 'ਚ ਫੂਕ ਵੱਜ ਗਈ, ਆਵਾਜ਼ ਆ ਗਈ, ਤੇ ਇਹ ਵੀ ਸੱਚ ਹੈ ਕਿ ਜਿਹੜੀ ਈਗੋ ਆ ਇਹ ਤੇ ਕਈ ਲੈਵਲ 'ਤੇ ਆਉਂਦੀ ਹੈ। ਇਹ ਵੀ ਮੰਨਿਆ ਗਿਆ ਧਰਮ ਦੇ ਖੇਤਰ ਦੇ ਵਿੱਚ ਜਦੋਂ ਬੰਦਾ ਈਗੋਟਿਸਟ ਹੋ ਜਾਂਦਾ, ਅਹੰਕਾਰੀ ਹੋ ਜਾਂਦਾ, ਐਂਡ
If someone has that sort of belief that I am different from others, I have attained something higher level compared to others, ਉਹਨੂੰ ਤਾਂ ਫਿਰ ਉਹਨਾਂ ਦੇ ਲੈਵਲ 'ਤੇ ਨਹੀਂ ਲਿਆ ਜਾ ਸਕਦਾ ਨਾ। ਉੱਥੇ ਤਾਂ ਫਿਰ ਕਈ ਵਾਰੀ ਲੋਕੀ ਸੈਲਫ ਕਲੇਮਰਸ ਲਾ ਦਿੰਦੇ ਕਿ ਮੇਰੀ ਪੂਜਾ ਕਰੋ, ਮੇਰੀ ਅਰਚਨਾ ਕਰੋ, ਮੈਨੂੰ ਮੱਥਾ ਟੇਕੋ, ਮੈਂ ਵੱਡਾ ਹਾਂ ਤੁਹਾਡੇ ਤੋਂ। ਇਹਦੇ ਖਿਲਾਫ ਗੁਰੂ ਸਾਹਿਬ ਨੇ ਪੂਰੀ ਦੀ ਪੂਰੀ ਜੰਗ ਲੜੀ, ਪੂਰਾ ਦਾ ਪੂਰਾ ਵਿਅਕਤੀ ਪੂਜਾ ਦੇ ਖਿਲਾਫ ਕਿਹਾ। ਉਹ ਬੰਦੇ ਦੀ ਪੂਜਾ ਕਾਹਦੀ ਕਰਨੀ, ਪੂਜਾ ਅਕਾਲ ਦੀ। ਬਾਕੀ ਮਹਾਰਾਜ ਹੋਣਗੇ ਹੀ ਲੋਕ ਜਿਨ੍ਹਾਂ ਨੂੰ ਉਹ ਇਨਲਾਈਟਮੈਂਟ ਹੋ ਜਾਂਦੀ, ਰੌਸ਼ਨੀ ਹੋ ਜਾਂਦੀ, ਜਿਹੜੇ ਮਿਲ ਜਾਂਦੇ ਕਿਤੇ। ਬਾਬਾ ਜੀ ਕਹਿੰਦੇ ਹਾਂ ਭਾਈ, ਉਹ ਲੋਕ ਕੌਣ ਨੇ? ਉਹ ਲੋਕ ਧਰਮੀ ਨੇ, ਉਹ ਲੋਕ ਸੰਤ ਨੇ, ਉਹ ਲੋਕ ਗੁਰਮੁਖ ਨੇ, ਉਹ ਲੋਕ ਕਰਤਾਰ ਦੇ ਹੋਂਦ ਨੂੰ ਜਾਣਨ ਵਾਲੇ ਨੇ, ਜਾਣੇ, ਉਹ ਮੰਨਣਹਾਰੇ ਨੇ। ਉਹਨਾਂ ਦੇ ਬਾਬਤ ਬਾਬਾ ਨਾਨਕ ਜੀ ਦੇ ਬਚਨ ਨੇ, ਮੰਨੇ ਕੀ ਗਤ ਕਹੀ ਨਾ ਜਾਏ। No one is able to explain or say any word about those who are following the path of ultimate reality, who are totally in a state of mind to follow, to adopt। ਮੰਨਣਾ ਹੀ ਹੁੰਦਾ ਆ, ਧਾਰਨ ਕਰ ਲੈਣਾ, ਅਡਾਪਟ ਕਰ ਲੈਣਾ। ਉਹਨਾਂ ਦੀ ਬਾਤ ਅਸੀਂ ਕੀ ਕਰਾਂਗੇ? ਅਸੀਂ ਸਮਰੱਥ ਹੀ ਨਹੀਂ ਹੈਗੇ। ਪਰ ਮੰਨੇ ਦੀ ਪਹਿਚਾਨ ਹੈ। ਪਹਿਚਾਨ ਇਹ ਹੈ ਜਦੋਂ ਮੰਨ ਲਿਆ, ਜਦੋਂ ਜਾਣ ਲਿਆ, ਜਦੋਂ ਉਸ ਚੀਜ਼ ਦੇ ਨਾਲ ਅੰਗੇਜਮੈਂਟ ਹੋ ਗਈ, ਫਿਰ ਸਾਹਿਬ ਕਹਿੰਦੇ ਉਹ ਤੇ ਬੜੀ ਜ਼ੋਰ ਦੀ ਅਵਸਥਾ ਆ, ਤਾਕਤਵਰ ਅਵਸਥਾ ਆ। ਇੱਥੇ ਤੇ ਹਾਲਤ ਇਹ ਹੈ, ਫਿਜ਼ੀਕਲ ਫਾਰਮ ਵਿੱਚ ਲੈ ਲਓ, ਫਾਈਨੈਂਸ਼ੀਅਲ ਫਾਰਮ ਵਿੱਚ ਲੈ ਲਓ, ਐਨੀ ਸੋਰਟ ਆਫ ਸੋਸ਼ਲ ਸਟੇਟਸ ਫਾਰਮ ਵਿੱਚ ਲੈ ਲਓ, ਥੋੜ੍ਹੀ ਜਿਹੀ ਚੀਜ਼ ਸੱਜੇ ਖੱਬੇ ਹੋਏ ਮਨ ਮੰਡਲ ਦੀ ਦੁਨੀਆ ਡੋਲ ਜਾਂਦੀ ਹੈ। ਉੱਥੇ ਤੇ ਕਿਹਾ ਗਿਆ ਕਿ ਕਰਮ ਖੰਡ ਕੀ ਬਾਣੀ ਜ਼ੋਰ, ਉਹ ਤੇ ਬੜੀ ਜ਼ੋਰਾਵਰ ਅਵਸਥਾ ਆ। ਸੋ ਉੱਥੇ ਤੇ ਕੋਈ ਡਾਵਾਂ ਡੋਲ ਤਾਂ ਹੈ ਨਹੀਂ। ਮਤਲਬ ਉਹ ਤੇ ਹਾਲਤ ਜਿਹੜੀ ਹੈ ਬੜੀ ਸੁਪੀਰੀਅਰ ਅਵਸਥਾ ਆ। ਮਲਾਪ ਇਹਨੂੰ ਕਿਹਾ ਗਿਆ। ਇਸ ਮਲਾਪ ਦੀ ਗੱਲ ਇਹ ਹੈ ਕਿ ਇਹ ਮਲਾਪ ਕਿਤੋਂ ਬਾਹਰੋਂ ਵੀ ਨਹੀਂ ਹੋਣਾ। ਬਾਣੀ ਇਹ ਵੀ ਕਹਿ ਰਹੀ ਹੈ, ਇਸ ਨੂੰ ਇਸ ਰੂਪ ਵਿੱਚ ਬਾਣੀ ਨੇ ਬਿਆਨ ਕੀਤਾ ਕਿ ਮੇਰੇ ਠਾਕੁਰ ਇਹ ਬਣਤ ਬਣਾਈ, ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ। ਗੁਰਮੁਖ ਹੋਵੇ ਕਾਇਆ ਸੋਧੈ, ਆਪੇ ਆਪ ਮਿਲਾਏ ਦਾ। ਜਿਹੜਾ ਮਿਲਾਣਾ ਵੀ ਹੈ ਉਹ ਆਪਣੇ ਆਪ ਨੂੰ ਆਪਣੇ ਆਪ ਨਾਲ ਇੰਟਰੋਡਿਊਸ ਕਰਨਾ, ਸਹੀ ਰੂਪ ਦੇ ਵਿੱਚ ਮਿਲਾਣਾ ਆ। ਬੰਦੇ ਨੇ ਆਪਣੇ ਆਪ ਨਾਲ ਮਿਲਾਪ ਕਰਨਾ ਆ। ਹੁਣ ਬੰਦੇ ਦੀ ਹਾਲਤ ਇਹ ਹੈ, ਮੈਂ ਆਪਣੇ ਆਪ ਬਾਰੇ ਤਾਂ ਕੁਛ ਜਾਣਦਾ ਨਹੀਂ, ਆਪਣੇ ਆਪ ਬਾਰੇ ਤਾਂ ਮੈਨੂੰ ਪਤਾ ਨਹੀਂ, ਮੈਂ ਰੱਬ ਬਾਰੇ ਤੇ ਹੋਰ ਚੀਜ਼ਾਂ ਬਾਰੇ ਲਗਾਤਾਰ ਬਖਾਨ ਕਰ ਰਿਹਾ ਵਾਂ। ਗੁਰੂ ਮਹਾਰਾਜ ਕਹਿੰਦੇ ਇਹ ਮਿਲਾਪ ਨਹੀਂ ਗਾ। ਮਿਲਾਪ ਤੇ ਇਹ ਹੈ, if someone is close to reality, close to real, close to actually ਉਸ ਯੂਨੀਵਰਸਲ, ਉਸ ਤਰੀਕੇਕਾਰਤਾ ਦੇ ਕੁਝ ਕਲੋਜ਼ ਆਇਆ ਹੈ ਬੰਦਾ। ਇੱਥੇ ਬਚਨ ਆਇਆ ਹੈ, ਮਿਲਿਆ ਨਾ ਮਿਲੇ। ਜਿਹੜਾ ਮਿਲਿਆ, ਜਿਹੜਾ ਮਿਲੇ ਦਾ ਦਾਵਾ ਕਰਦਾ ਕਿ ਮੈਂ ਮਿਲਿਆ, ਉਹ ਨਹੀਂ ਮਿਲਿਆ। ਜਿਹੜਾ ਮਿਲ ਗਿਆ ਉਹਨੇ ਦਾਵਾ ਹੀ ਨਹੀਂ ਕੀਤਾ, ਉਹਨੇ ਮੁੜ ਕੇ ਆ ਕੇ ਕਿਹਾ ਹੀ ਨਹੀਂ ਮੈਂ ਮਿਲ ਗਿਆ ਵਾਂ। ਇਹਦੇ ਵਿੱਚ ਇੱਕ ਰੰਗ ਹੋਰ ਐਡ ਕਰ ਦਈਏ, ਕਿਉਂਕਿ ਹੁੰਦਾ ਇਹ ਹੈ ਕਿ ਸਮਾਜ ਦੇ ਵਿੱਚ ਅਸੀਂ ਸਾਰੇ ਸੀਕਰ ਹਾਂ। ਸੀਕਰ ਆਫ ਹੈਪੀਨੈਸ, ਸੀਕਰ ਆਫ some sort of peace of mind, seeker of some spiritual truthfulness, seeker of some sort of higher information or knowledge, all these things. ਇਸ ਕਰਕੇ ਅਸੀਂ ਫਿਰ ਆਲੇ ਦੁਆਲੇ ਕੁਰੇਦਦੇ ਹਾਂ, ਬੰਦਿਆਂ ਨੂੰ ਫੋਲਦੇ ਹਾਂ ਇਸ ਰੂਪ ਦੇ ਵਿੱਚ। ਜਿਹੜੀ ਚੀਜ਼ ਸਾਨੂੰ ਬੜੀ ਪ੍ਰਭਾਵਿਤ ਕਰਦੀ ਆ, ਅਪੀਲ ਕਰਦੀ, ਉਹਦੇ ਅਸੀਂ ਗਾਹਕ ਬਣ ਜਾਂਦੇ ਹਾਂ। ਬਾਬਾ ਜੀ ਇਹ ਬਿਆਨ ਕਰਦੇ ਕਿ ਭਲੇ ਬੰਦੇ ਮਨੁੱਖ ਦੀ ਪਹਿਚਾਨ ਉਹਦੇ ਕੀਤੇ ਅਮਲ ਕਰਕੇ ਆ, ਕਰਮ ਕਰਕੇ ਆ। ਹੁਣ ਸਪੋਜ਼ ਕਰੋ, ਪੜ੍ਹਨ ਨੂੰ ਤੇ ਮੈਂ ਵੀ ਪਾਠ ਪੜ੍ਹ ਰਿਹਾ ਵਾਂ, ਬੋਲਣ ਨੂੰ ਤੇ ਮੈਂ ਵੀ ਬੋਲ ਰਿਹਾ, ਵਿਚਾਰਾਂ ਸ਼ੇਅਰ ਕਰ ਰਿਹਾ, ਸਭ ਕੁਝ ਕਰ ਰਿਹਾ, ਪਰ ਗੁਰੂ ਬਾਬਾ ਜੀ ਦਾ ਜਿਹੜਾ ਕ੍ਰਾਈਟੀਰੀਆ ਕਿ ਉਹ 'ਚ ਮੈਂ ਫਿੱਟ ਬੈਠਦਾ। ਸਭ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ,
ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਪੰਜਾਂ ਚੋਰਾਂ ਦੀ ਸਟਰਗਲ ਮੁੱਕ ਗਈ ਹੈ ਭਈ। ਜਿੱਥੇ ਉਹ ਅਜੇ ਵੀ ਮੌਜੂਦ ਆ, ਫਿਰ ਮੇਰੇ ਤੇ ਤੁਹਾਡੇ 'ਚ ਕਿੰਨਾ ਕੁ ਫਰਕ ਰਹਿ ਗਿਆ, ਜਾਂ ਇਸ ਕਿਸਮ ਦਾ ਕੋਈ ਵੀ ਸ਼ਖਸ ਆ। ਇੱਥੇ ਬਾਬਾ ਜੀ ਨੇ ਕਿਹਾ ਵਿਅਕਤੀ ਨੂੰ ਵਿਅਕਤੀ ਕਰਕੇ ਜਾਣੋ, ਸ਼ਕਤੀ ਨੂੰ ਸ਼ਕਤੀ ਕਰਕੇ ਜਾਣੋ, ਇਹਨੂੰ ਮਿਕਸ ਨਾ ਕਰੋ। ਜਿਹੜੀ ਸ਼ਕਤੀ ਹੈ ਉਹ ਆਲਾ ਆ, ਹਾਂ ਉਹਦੀ ਪ੍ਰੈਜ਼ੈਂਸ ਕਿਸੇ ਨੂੰ ਸਮਝ ਆਈ, ਕਿਸੇ ਨੂੰ ਉਹਦਾ ਅਹਿਸਾਸ ਹੋਇਆ, ਤੇ ਉਹ ਇਹ ਨਹੀਂ ਕਹਿੰਦਾ ਕਿ ਮੈਂ ਸ਼ਕਤੀਸ਼ਾਲੀ ਹੋ ਗਿਆ, ਰਿੱਧੀਆਂ ਸਿੱਧੀਆਂ ਦਾ ਮਾਲਕ ਹੋ ਗਿਆ, ਮੇਰੀ ਪੂਜਾ ਕਰ ਦਿਓ ਸ਼ੁਰੂ। ਗੁਰੂ ਨਾਨਕ ਸਾਹਿਬ ਦਾ ਬਹੁਤ ਪਹਿਲਾ ਸ਼ਬਦ ਸ਼੍ਰੀ ਰਾਗ ਤੁਸੀਂ ਪੜ੍ਹੋ, ਮੋਤੀ ਤਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾਂ ਵਿਸਰੈ। ਉਹਦੇ 'ਚ ਗੁਰੂ ਬਾਬਾ ਜੀ ਨੇ ਕਿਹਾ ਸਿੱਧ ਹੋਵਾਂ ਸਿੱਧ ਲਾਈ, ਰਿਦ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖਾਂ ਭਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੈ ਨਾ। ਸਿੱਧ ਹੋਵਾਂ ਸਿੱਧ ਲਾਈ, ਰਿੱਧੀਆਂ ਸਿੱਧੀਆਂ। ਅੱਜ ਗੱਲ ਹੋ ਰਹੀ ਹੈ ਸਿਕਸ ਸੈਂਸ ਦੀ, ਬੰਦੇ 'ਚ ਸਿਕਸ ਸੈਂਸ ਆ ਜਾਏ, ਪਾਈਪ ਤੇ ਸਾਰੇ ਲੈ ਕੇ ਤੁਰੇ ਫਿਰਦੇ ਨੇ। ਸਿਕਸ ਸੈਂਸ ਮੀਨ ਕੋਈ ਹਰ ਦੂਜਿਆਂ ਤੋਂ ਡਿਫਰੈਂਟ ਇੱਕ ਐਬਿਲਿਟੀ ਆ ਗਈ। ਉਹ ਹੋ ਸਕਦਾ ਹੈ ਇਹ ਵੀ ਹੋਏ ਕਿ ਕੋਈ ਬੰਦਾ ਕੋਈ ਖਾਸ ਕਿਸਮ ਦੀ ਕੋਈ ਮਤਲਬ ਕੋਈ ਫੋਰਚੂਨ ਟੈਲਰ ਹੋ ਸਕਦਾ ਹੈ, ਕੋਈ ਭਵਿੱਖ ਦੱਸ ਸਕਦਾ ਹੈ, ਕੋਈ ਕਿਸੇ ਤੋਂ ਦੂਜਿਆਂ ਤੋਂ ਜ਼ਿਆਦਾ ਪਹਿਲਾਂ ਐਕਟ ਕਰ ਸਕਦਾ, ਕੋਈ ਚੀਜ਼ ਵੀ। ਹੁਣ ਉਹ ਇਹ ਚੀਜ਼ ਹੋ ਗਈ, ਇਹ ਸਿੱਧੀ ਹੈ। ਮਤਲਬ ਇੱਕ ਬੰਦੇ ਨੇ ਮੂੰਹ 'ਚੋਂ ਕੋਈ ਗੱਲ ਕਹੀ, ਸੱਚੀ ਹੋ ਗਈ, ਲੋਕੀ ਕਹਿੰਦੇ ਭਾਈ ਇਹ ਪਹੁੰਚੀ ਰੂਹ ਹੈ ਭਾਈ ਇਸ ਰੂਪ ਦੇ ਵਿੱਚ। ਬਾਬਾ ਜੀ ਕਹਿੰਦੇ ਛੱਡੋ ਪਰਾਂ, ਇੱਕ ਅੱਧੀ ਗੱਲ ਤੇ ਵੀ ਇਹਨੇ ਆਹ ਗੱਲ ਕਹੀ ਤੇ ਹੋ ਗਈ ਐ, ਇਸ ਕਿਸਮ ਦਾ ਨਾ। ਸਿੱਧ ਹੋਵਾਂ ਸਿੱਧ ਲਾਈ, ਏਡਾ ਵੱਡਾ ਸਿੱਧ ਹੋ ਜਾਵਾਂ ਕਿ ਜੋ ਜਿੱਧਰ ਨਜ਼ਰ ਵੀ ਘੁਮਾਵਾਂ ਉਧਰ ਵੀ ਸਿੱਧੀ ਹੋ ਜਾਏ, ਬਸ ਮਤਲਬ ਇਸ ਕਿਸਮ ਦੀ ਹਾਲਤ ਬਣ ਜਾਏ। ਰਿੱਧ ਆਖਾਂ ਆਓ, ਰਿੱਧੀਆਂ ਸਿੱਧੀਆਂ, ਜਿਸ ਚੀਜ਼ ਨੂੰ ਜਿਵੇਂ ਕਹਾਂ ਉਵੇਂ ਹੀ ਹੁੰਦਾ ਜਾਏ। ਮੇਰੀ ਜ਼ਬਾਨ ਤੇ ਹੀ ਸਾਖਸ਼ਾਤ ਕਰਤਾਰ ਦੀ ਹੁਕਮ ਦੀ ਵਹਿਣੀ ਕਲਮ ਬਹਿ ਜਾਏ ਆ ਕੇ, ਫਿਰ ਵੀ ਪ੍ਰਾਪਤੀ ਕੋਈ ਨਹੀਂ ਹੈ। ਇਹ ਕੋਈ ਚੀਜ਼ਾਂ ਨਹੀਂ ਹੈਗੀਆਂ, ਮਲਾਪ ਨਹੀਂ ਗਾ। ਮਦਰ ਨੇਚਰ ਦੇ ਲਾਅ ਦੇ ਵਿੱਚ ਇਹ ਕੁਝ ਨਵਾਜ਼ਿਸ਼ ਹੈ, ਬਖਸ਼ਿਸ਼ ਹੈ, ਇਸ ਤੋਂ ਵੱਧ ਹੋਰ ਕੁਛ ਨਹੀਂ। ਤੇ ਜਿਹੜਾ ਬੰਦਾ ਇਸ ਚੀਜ਼ ਨੂੰ ਸਮਝ ਗਿਆ ਉਹ ਇਹਨਾਂ ਚੀਜ਼ਾਂ 'ਚ ਪਿਆ ਵੀ ਨਹੀਂ, ਉਹ 'ਚ ਬਲਕਿ ਰਿੱਧ ਸਿੱਧ ਅਵਰਾ ਸਾਧ। ਉਹਨੇ ਕਿਹਾ ਤੇ ਇਹ ਆਪਣਾ ਸਵਾਦ ਹੀ ਨਹੀਂ ਹੈਗਾ, ਛੱਡੋ ਪਰ, ਆਪਾਂ ਨਹੀਂ ਚੱਕਰ 'ਚ ਪੈਣਾ। ਉਹ ਹੈ ਮਿਲਿਆ। ਇਹੋ ਜਿਹੇ ਮਿਲਿਆਂ ਦੀ ਗੱਲ ਸਾਡੇ ਘਰ ਦੇ ਵਿੱਚ ਤੇ ਪੂਰਾ ਦਾ ਪੂਰਾ ਗ੍ਰੰਥ ਸਾਹਿਬ ਭਰਿਆ ਹੈ ਇਹੋ ਜਿਹੀਆਂ ਰੂਹਾਂ ਦੇ ਬਚਨਾਂ ਦੇ ਨਾਲ। ਤੇ ਉਹ ਆਪਣੇ ਆਪ ਨੂੰ ਫਿਜ਼ੀਕਲ ਫਾਰਮ ਦੇ ਵਿੱਚ ਲੈ ਕੇ ਨਹੀਂ ਜਾਂਦੇ, ਉਹ ਲੈ ਕੇ ਆਪਣੇ ਆਪ ਨੂੰ ਇੱਕ ਸ਼ਬਦ ਦੀ ਫਾਰਮ ਵਿੱਚ ਆ ਜਾਂਦੇ ਨੇ, ਇੱਕ ਟੀਚਿੰਗਸ, ਇੱਕ ਸਿੱਖਿਆਵਾਂ ਦੀ ਫਾਰਮ ਵਿੱਚ ਲੈ ਆਉਂਦੇ ਨੇ। ਉਹ ਕਹਿੰਦੇ ਕਬੀਰ ਦੀ ਹੋਂਦ ਸਰੀਰਕ ਹੋਂਦ ਨਹੀਂ ਹੈ, ਕਬੀਰ ਦੀ ਹੋਂਦ ਉਹਦੇ ਬਚਨਾਂ ਤੇ ਖਿਆਲਾਂ ਦੀ ਹੋਂਦ ਹੈ। ਜਿਹੜਾ ਕਬੀਰ ਦਾ ਸੰਗੀ ਹੈ ਉਹ ਕਬੀਰ ਦੇ ਬਚਨਾਂ ਦਾ ਸੰਗੀ ਹੈ। ਸੋ ਇੱਥੇ ਜਾ ਕੇ ਪਤਾ ਲੱਗਾ ਉਹਨਾਂ ਦੀ ਤੇ ਹੋਂਦ ਹੀ ਕਿਤੇ ਹੋਰ ਮਰਜ ਕਰ ਗਈ। ਉਹ ਤੇ ਕਿਸੇ ਵੈਲਿਊ ਬੇਸਡ ਸਿਸਟਮ ਨੂੰ ਕਦਰਾਂ ਕੀਮਤਾਂ ਨਾਲ ਪ੍ਰਣਾਏ ਹੋਏ ਇੱਕ ਡਿਸਿਪਲਿਨ ਵਿੱਚ ਆਪਣੇ ਆਪ ਨੂੰ ਉਕੇਰ ਲਿਆ। ਇਹ ਮਿਲਾਪ ਆ, ਇਹ ਮੰਨਣਾ ਆ, ਇਹ ਮਿਲਣਾ ਆ। ਇਕੱਲਾ ਦਾਅਵਾ ਕਰਨ ਨਾਲ ਨਹੀਂ, ਗੱਲ ਇਹ ਹੈ ਜ਼ਿੰਦਗੀ ਦਾ ਲੈਵਲ ਕੀ ਹੈ। ਬੰਦੇ ਨੂੰ ਤੇ ਛੋਟੇ ਛੋਟੇ ਲਾਲਚ, ਛੋਟੇ ਛੋਟੇ ਈਰਖਾ, ਛੋਟੇ ਛੋਟੇ ਦੁਆਇਕ, ਛੋਟੇ ਛੋਟੇ ਸਾੜੇ, ਛੋਟੀਆਂ ਛੋਟੀਆਂ ਸੰਸਾਰ ਦੀਆਂ ਕੁਣਸਾਂ ਇਹੀ ਨਹੀਂ ਉੱਠਣ ਦੇ ਰਹੀਆਂ। ਤੇ ਜਿਵੇਂ ਅਸੀਂ ਸੰਸਾਰੀ ਲੋਕ ਹਾਂ, ਜੇ ਅਸੀਂ ਧਾਰਮਿਕ ਲੋਕਾਂ ਦਾ ਹਾਲ ਵੇਖੋਗੇ ਤੇ ਤੁਹਾਨੂੰ ਕਈ ਵਾਰੀ ਹਾਸਾ ਆਏਗਾ ਵੀ ਤੇ ਸੰਸਾਰੀਆਂ ਤੋਂ ਵੀ ਗਏ ਗੁਰਜਰੇ ਨੇ। ਨਾ ਲਾਲਚ ਘਟਿਆ ਆ, ਨਾ ਕਿਸੇ ਕਿਸਮ ਦਾ ਕ੍ਰੋਧ ਘਟਿਆ ਆ, ਮੋਹ ਮਾਇਆ ਦੀ ਇੰਤਹਾ, ਮਤਲਬ ਅਜੀਬ ਭਟਕਣਾ ਆ। ਗੁਰੂ ਅੰਗਦ ਸਾਹਿਬ ਕਹਿੰਦੇ ਉਹ ਬੰਦੇ ਇਸ ਚੱਕਰ 'ਚ ਨਾ ਪਈ, ਵਿਅਕਤੀ ਪੂਜਾ 'ਚ ਨਾ ਪਈ। ਜਿੱਥੇ ਕੋਈ, ਜਿਹਨੂੰ ਬਾਬਾ ਨਾਨਕ ਜੀ ਨੇ ਕਿਹਾ ਸੀਗਾ ਸੋਈ ਅਜਾਨ ਕਹੇ ਮੈਂ ਜਾਣਿਆ, ਜਿਹੜਾ ਇਹ ਕਹਿੰਦਾ ਨਾ ਵੀ ਆਈ ਨੋ ਐਵਰੀਥਿੰਗ, ਆਈ ਕੈਨ ਆਨਸਰ ਵਟ ਐਵਰ ਯੂ ਵਾਂਟ, ਵਟ ਐਵਰ ਐਕਚੁਅਲੀ ਯੂਰ ਕੁਐਸਚਨ ਇਜ਼, ਬਿਕੋਜ਼ ਆਈ ਐਮ ਦ ਇਨਲਾਈਟਡ ਵਨ। ਬਾਬਾ ਜੀ ਕਹਿੰਦੇ ਆਹੀ ਸਭ ਤੋਂ ਵੱਡਾ ਮੂਰਖ ਹੈ। ਜਿਹਨੂੰ ਪਤਾ ਲੱਗ ਗਿਆ ਉਹਨੂੰ ਤੇ ਪਤਾ ਲੱਗਾ ਮੈਨੂੰ ਤੇ ਪਤਾ ਹੀ ਕੁਛ ਨਹੀਂ। ਮੇਰੀ ਤੇ ਹਾਲਤ ਇਹ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮੈਨੂੰ ਕੀ ਪਤਾ ਤੂੰ ਕੀ ਹੈ ਦਾਤਾ, ਮੈਨੂੰ ਕੀ, ਮੈਂ ਤੇਰੇ ਬਾਰੇ ਕੀ ਕਹਾਂਗਾ। ਇਹਦੇ ਬਾਬਾ ਨਾਨਕ ਜੀ ਕਹਿੰਦੇ ਵੀ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੇਰੀ ਕੀ ਪਾਇਆ ਆ, ਮੈਂ ਕੁਝ ਤੈਨੂੰ ਡਿਸਕ੍ਰਾਈਬ ਕਰਾਂ, ਨਾ 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 ਨਾ।
I'm not capable that much. I don't have that capacity. मैं तो तेरे तो अपना आपा, I'm not even able to sacrifice myself on your path. I'm so weak. Baba Nanak is saying this. मेरे च इन्नी समर्था कित्थे है? ये गुरु नानक साहब कह रहे हैं, जिन्होंने ये बचन सिखाया भी जो तो प्रेम खिलन का चाओ सिर तर तली गली मेरी आओ। ਜਿਹੜੇ ਰੱਬੀ ਪ੍ਰੇਮ ਦੇ ਵਿੱਚ ਕੁਰਬਾਨੀ ਦੇ ਹਾਇਰ ਤੋਂ ਹਾਇਰ ਲੈਵਲ ਤੱਕ ਵੀ ਜਾਣ ਲਈ ਤਿਆਰ ਤੇ ਗਏ ਤੇ ਲੋਕਾਂ ਨੂੰ ਪ੍ਰੇਰਿਆ ਤੇ ਕਮਿਊਨਿਟੀ ਬਿਲਡ ਕਰ ਦਿੱਤੀ ਇਹੋ ਜੀ। ਪਰ ਉਹ ਕਹਿੰਦੇ ਇਹ ਕਰਤਾਰ ਜਦੋਂ ਤੇਰੀ ਗੱਲ ਆਉਂਦੀ ਹੈ, ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ, ਹਾਂ ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। If anybody is saying it might be illusion, it's you're just a fake belief that Rabb exists, Babaji says no. Tu sada salamat. You're always present, you're always here, you're always actually in existence, Almighty. Salamat, as it is, bilkul complete. Nirankar, हाँ है तेरी फॉर्म निरंकार है, तेरी फॉर्म कोई स्पेसिफिक नहीं है। ओमनी प्रेजेंट आ, पर प्रेजेंट एक शक्ति के रूप दे विच आ। ਇਹ ਬਾਤ ਬਾਬਾ ਜੀ ਕਹਿੰਦੇ ਮਿਲਿਆਂ ਦੀ ਇਹ ਨਿਸ਼ਾਨੀ ਹੈ। ਜਿਹਨੂੰ ਇਹ ਸਮਝ ਗਿਆ, ਜਿਹੜਾ ਕੁਛ ਲੈਵਲ ਤੇ ਮਿਲ ਗਿਆ ਤੇ ਫਿਰ ਉਹ ਮਿਲ ਗਿਆ ਸਮੁੰਦਰ ਦਾ ਹਿੱਸਾ ਹੋ ਗਿਆ। ਇਹਨੂੰ ਬਕੌਲ ਮਸਕੀਨ ਜੀ ਜੇ ਕਹਾਂ, ਉਹ ਕਹਿੰਦੇ ਹੁੰਦੇ ਸੀ ਥੇਮ, ਨੀਲ, ਗੰਗਾ, ਬ੍ਰਹਮਪੁੱਤਰ, ਸਾਡੇ ਇੱਥੇ ਸੇਂਟ ਲਾਰੈਂਸ ਜਾਂ ਹੋਰ ਬਹੁਤ ਸਾਰੇ ਵੱਡੇ ਵੱਡੇ ਰਿਵਰਸ ਜਿਹੜੇ ਹੈਗੇ ਨੇ, they exist in this world without any doubt. They have their own name, they have their own kind of flowing area, they have their own kind of water bodies. They exist at their own, there is no doubt. But they all have only one destiny, and that destiny is ocean, samundar. ਜਦੋਂ ਉਹ ਰਿਵਰ ਫਲੋ ਕਰ ਰਿਹਾ ਆ, ਉਹ ਗੰਗਾ ਵੀ ਹੈ, ਉਹ ਨੀਲ ਵੀ ਹੈ, ਉਹ ਥੇਮ ਵੀ ਹੈ, ਉਹ ਸੇਂਟ ਲਾਰੈਂਸ ਵੀ ਹੈ, ਉਹ ਸਾਰੇ ਤਰ੍ਹਾਂ ਦਾ ਹੈ। ਪਰ ਜਦੋਂ ਉਹ ਇੱਕ ਵਾਰ ਸਮੁੰਦਰ 'ਚ ਜਾ ਕੇ ਪੈ ਜਾਂਦਾ ਆ, ਫਿਰ ਉਹ ਨਾ ਨੀਲ ਹੈ, ਨਾ ਥੇਮ ਹੈ, ਨਾ ਗੰਗਾ ਆ, ਨਾ ਬ੍ਰਹਮਪੁੱਤਰ ਆ, ਨਾ ਕੁਝ ਹੋ ਰਿਹਾ। ਉਹ ਫਿਰ ਸਮੁੰਦਰ ਹੈ ਬਸ। ਜਿਹੜੇ ਰੂਹਾਨੀ ਤੌਰ ਤੇ ਇਸ ਫਲਾਈਟ ਨੂੰ ਫੜਦੇ ਨੇ, ਉਹ ਭਗਤ ਕਬੀਰ ਜੀ ਹੋ ਸਕਦੇ, ਰਵਿਦਾਸ ਜੀ ਹੋ ਸਕਦੇ, ਉਹ ਕੁਝ ਵੀ ਹੋ ਸਕਦੇ। ਪਰ ਜਦੋਂ ਉਸ ਲੈਵਲ ਤੇ ਪਹੁੰਚ ਗਏ, ਉਦੋਂ ਇੱਕ ਰੂਪ ਹੋ ਗਏ ਸੰਤ ਬਸ। ਉੱਥੇ ਜਾ ਕੇ ਉਹ ਲੈਵਲ ਆ, ਫਿਰ ਉਹਨਾਂ ਦੀ ਇੰਡੀਵਿਜੂਅਲਿਟੀ ਖਤਮ ਹੋ ਜਾਂਦੀ ਹੈ ਤੇ ਉਹ ਫਿਰ ਆਪਣੀ ਪੂਜਾ ਅਰਚਨਾ 'ਚ ਨਹੀਂ ਲੱਗਦੇ, ਆਪਣੇ ਪਿੱਛੇ ਵੀ ਨਹੀਂ, ਉਹ ਫੋਲੋਵਰਸ ਵੀ ਲੱਭਦੇ ਆਪਣੇ, ਨਾ ਉਮਤਾਂ ਵੀ ਨਹੀਂ ਬਣਾਉਂਦੇ ਆਪਣੀਆਂ। ਉਹ ਤੇ ਕੁਦਰਤ ਦੇ ਉਸ ਹੁਕਮ ਨੂੰ ਮੰਨਦੇ ਤੇ ਕੁਦਰਤ ਦੀ ਉਮਤ, ਕਾਦਰ ਦੀ ਉਮਤ ਤਿਆਰ ਕਰਦੇ। ਇਸੇ ਲਈ ਸਾਡੇ ਜਿਹੜੇ ਗ੍ਰੀਟਿੰਗਸ ਨੇ, ਤੁਸੀਂ ਉਹ ਦੇਖੋ, ਖਾਲਸਾ in a way we can say have been created by Guru Gobind Singh Sahab, and in this creation the whole 10th Guru have played their role, we know in history, you know. But when Guru Sahab has given us greetings as a Sikh, and Baba Ji gave us this message in those greetings. Baba Ji saying, you always share these greetings when you talk, actually meet with each other. That greetings are Vaheguru Ji Ka Khalsa. Khalsa belongs directly from Almighty Akal Purkh Vaheguru. Baba Ji, ਤੁਸੀਂ ਆਪਣੀ ਮੋਹਰ ਤੇ ਲਾ ਦਿਓ ਤੇ it's my creation. Baba said, no. ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ परमात्म की मौज. Even it's not mine, even it's not my idea that I will create and I'm going to create it. ਨਾ ਉਹ ਆਪਣੇ ਆਪ ਨੂੰ ਬਿਲਕੁਲ ਸੈਲਫਲੈਸ ਕਰ ਦਿੰਦੇ ਉਹਦੇ 'ਚ। ਇਹ ਹੈ ਮਲਾਪ, ਇਹ ਹੈ ਉਹ ਹਾਇਰ ਲੈਵਲ। ਇੱਥੇ ਜਾ ਕੇ ਜਿਹੜੀ ਆਵਾਜ਼ ਆਉਂਦੀ ਹੈ, ਇਹ ਮਿਲਣ ਦੀ ਆਵਾਜ਼ ਹੈ, ਜਿਸ ਤੋਂ ਕਿਤੇ ਵੀ ਘੱਟ ਹੈ, ਕਿਤੇ ਆਪਣੀ ਹੋਂਦ ਆ, ਕਿਤੇ ਆਪਣਾ ਵਿਖਾਵਾ ਹੈ, ਇੱਕ ਛੋਟੇ ਰੂਪ ਦੇ ਵਿੱਚ ਨੈਰੋ ਮਾਈਂਡਡ ਹੋ ਕੇ। ਬਾਬਾ ਜੀ ਕਹਿੰਦੇ ਇਟਸ ਇਲੂਜਨ। ਹੇਅਰ ਗੁਰੂ ਅੰਗਦ ਸਾਹਿਬ ਇਜ਼ ਵੈਰੀ ਕਲੀਅਰ, ਮਿਲਿਆ ਨਾ ਮਿਲਾ।
If someone is claiming, I achieved something in spiritual side, I attain the oneness on that level, Baba ji is saying that person lives in illusion. This is not reality. Milye, milya, na milay, milay, milya je hoye. In reality, if that individual has enjoyed that oneness, then definitely आ चीज नहीं होएगी उत्थे. ਇਹਦੀ ਪ੍ਰੈਜ਼ੈਂਸ ਇਹ ਦੱਸਦੀ ਹੈ ਕਿ ਇਹ ਸੋਰਟ ਆਫ ਕੋਈ ਇਲੂਜਨ ਆ, ਕੋਈ ਸੋਰਟ ਆਫ ਸੁਪਰਸਟੀਸ਼ੀਅਸ ਬਲੀਵ ਆ, ਕਿਤੇ ਪੈਰਾਨੋਇਡ ਹੋ ਰਿਹਾ ਆ, ਕਿਤੇ ਬੰਦਾ ਗਵਾਚ ਗਿਆ ਆ, ਉਹਦੀ ਬਾਤ ਹੋਈ ਹੈ. ਅਗਲਾ ਬਚਨ ਆ, ਅੰਤਰ ਆਤਮੇ ਜੋ ਮਿਲੈ ਮਿਲਿਆ ਕਹੀਐ ਸੋਏ. ਸਾਡੀ ਜ਼ਿੰਦਗੀ ਦੋ ਤਰ੍ਹਾਂ ਦੀ ਹੁੰਦੀ ਹੈ. ਇੱਕ ਪਬਲਿਕ ਲਾਈਫ ਹੁੰਦੀ ਹੈ ਸਾਡੀ, ਲੋਕਾਂ 'ਚ ਵਿਚਰਦੇ ਹਾਂ ਆਲੇ ਦੁਆਲੇ. ਇੱਕ ਸਾਡੀ ਪ੍ਰਾਈਵੇਟ ਲਾਈਫ ਹੁੰਦੀ ਹੈ ਜਿਹਦੇ 'ਚ ਅਸੀਂ ਬੜੇ ਆਪਣੇ ਆਪ ਨੂੰ ਮਤਲਬ ਕੱਜ ਕੇ ਆਪਣੇ ਆਪ ਨੂੰ ਬੜਾ ਮਤਲਬ ਹਾਈਡ ਕਰਕੇ ਰੱਖਦੇ ਹਾਂ ਉਸ ਰੂਪ ਦੇ ਵਿੱਚ. ਉਹਦੇ ਬਹੁਤ ਸਾਰੇ ਰੀਜ਼ਨ ਨੇ, ਕਿਉਂਕਿ ਵੀ ਫੀਲ ਵਨਰੇਬਲ ਇਫ ਵੀ ਐਕਚੁਅਲੀ ਗੋ ਆਊਟ ਆਫ ਆਵਰ ਬਾਊਂਡਰੀਜ਼, ਗੋ ਆਊਟ ਆਫ ਆਵਰ ਦੈਟ ਯੂ ਕੈਨ ਸੇ ਹਿਡਨ ਬਾਊਂਡਰੀਜ਼. ਉਸ ਰੂਪ ਦੇ ਅੰਦਰ ਇਹ ਸਿਰਫ ਫਿਜ਼ੀਕਲ ਨਹੀਂ ਹੁੰਦਾ, ਮਤਲਬ ਜਿਵੇਂ ਅਸੀਂ ਕੋਈ ਕੱਪੜੇ ਪਾਉਂਦੇ ਹਾਂ, ਕੁਛ ਚੀਜ਼ਾਂ ਪਾਉਂਦੇ ਹਾਂ, ਵੀ ਹੈਵ ਸਮ ਸੋਰਟ ਆਫ ਲਿਮਿਟਸ ਆਫ ਦੈਟ. ਜਦੋਂ ਅਸੀਂ ਆਪਣੇ ਬਾਥਰੂਮ ਵਿੱਚ ਹੈਗੇ ਹਾਂ, ਆਪਣੇ ਬੈਡਰੂਮ ਵਿੱਚ ਹੈਗੇ ਹਾਂ, ਵੀ ਹੈਵ ਸਮ ਸੋਰਟ ਆਫ ਡਿਫਰੈਂਟ ਕਾਈਂਡ ਆਫ ਐਕਚੁਅਲੀ ਪ੍ਰੈਜ਼ੈਂਸ, ਜਿਹੜੀ ਉੱਥੇ ਸਾਡੀ ਪ੍ਰੈਜ਼ੈਂਟੇਸ਼ਨ ਡਿਫਰੈਂਟ ਹੁੰਦੀ ਹੈ. ਸਾਡੇ ਮਾਈਂਡ ਦੇ ਲੈਵਲ 'ਤੇ ਵੀ ਚੀਜ਼ਾਂ ਹੁੰਦੀਆਂ. ਜਿਹੜੀ ਅੰਤਰ-ਆਤਮੇ ਦੀ ਗੱਲ ਆ, रूहानी तौर पर गल की जाए, माफ़ी चाहांगा बीइंग ए सिख प्रचारक, आई एम हेयर टू एक्सप्लेन दिस गुरबाणी. ये मेरी ड्यूटी है, क्योंकि अज के माहौल के जिहो जिहा असीं समा बन रहा है, मैਡੀਵਲ पीरीयड दे विच या कह लो पोस्ट मैਡੀਵਲ पीरीयड विच प्रोड्यूस्ड हुई ये सारी गुरबाणी पोइट्री की फॉर्म दे विच हार्ड हो रही है लोगों लिए अज दे समाज. हालांकि पंजाबी बोलने वाले लोगों लिए भी औखी है, समझ नहीं आ रही इस तरीके दे नाल. सो वी आर जस्ट प्लेइंग रोल एज ए यू कैन से टीचर, दैट इज सिख मीन सिख, बट जस्ट एज एक्चुअली एग्जाम्पल आई एम गिविंग एज ए टीचर. पर ये रोल दे विच जे कुछ ये दावा आ जाए कि मेरे को कोई हायर लैवल है सब कुछ, ये अंतरात्मे की मेरी अंदर की अपनी दुनिया आ, मेरा ਉਹਦੇ ਨਾਲ ਕੋਈ ਸरोकार नहीं है कि मैं उस बिहाफ ਤੇ कि सॉर्ट ऑफ मैं कुछ ज़्यादा एक्स्ट्रा नॉलेज गेन कर लिया, एक्स्ट्रा कोई वो चीज़ गेन कर ली, उस करके पीपल शुड पे रिस्पेक्ट एक्स्ट्रा टूवर्ड मी, पीपल शुड पे सम सॉर्ट ऑफ एक्स्ट्रा यू कैन से अटेंशन टूवर्ड मी. दैट इज ਜਿਹੜੀ है ये इल्यूजन है, ये बंदे ਲਈ ਭੁਲੇਖਾ ਆ. ਬੰਦਾ ਆਪਣੇ ਪੈਰ ਨਾ ਛੱਡੇ. ਬਾਬਾ ਜੀ ਨੇ ਬਿਆਨ ਕੀਤਾ, ਭਾਈ ਜਿੱਥੇ ਚੀਜ਼ ਆ ਗਈ ਅੰਤਰ ਆਤਮੇ ਜੋ ਮਿਲਾ ਹੈ, ਜਿਹੜਾ ਉਸ ਆਤਮਕ ਤੌਰ ਤੇ ਕਿਸੇ ਸਰਬੁਲੰਦਗੀ 'ਚ ਆ ਗਿਆ ਹੈ, ਮਿਲਿਆ ਕਹੀਆ ਸੋਏ ਉਹ ਮਿਲਿਆ ਆ. ਦਾਵਾ ਦਾਜਨ ਹੋਤ ਹੈ, ਦਾਅਵੇ ਦੀਆਂ ਗੱਲਾਂ ਨਹੀਂ ਗਈਆਂ. that someone is claiming that I got something. ਬਾਬਾ ਜੀ ਕਹਿੰਦੇ ਨਹੀਂ, ਇਹ ਤੇ ਤੁਹਾਡੀ ਜਿਹਨੂੰ ਉਸ ਦਿਨ ਬੱਚਨ ਵਿਚਾਰ ਰਹੇ ਸੀ ਵੀ ਰਾਮ ਪਦਾਰਥ ਪਾਏਗਾ ਕਬੀਰਾ ਗਾਂਠ ਮਤ ਖੋਲ. ਜਿਨ੍ਹਾਂ ਨੂੰ ਲੱਭਾ ਉਹਨਾਂ ਨੇ ਗੰਢਾਂ ਬੰਨ ਲਈਆਂ. ਉਹਨਾਂ ਕਿਹਾ ਰੌਲਾ ਕਾਹਦਾ ਪਾਉਣਾ ਹੈ, ਕਿਉਂ ਨਾ ਪੱਟਣ ਨਾ ਪਾਰਖੂ ਨਾ ਗਾਹਕ ਨਾ ਮੋਲ, ਨਾ ਇਹਦੀ ਮੰਡੀ ਹੈ ਨਾ ਇਹਦੇ ਪਾਰਖੂ ਨਾ ਇਹਦਾ ਮੁੱਲ ਹੈ. ਇਹ ਤੇ ਤੁਹਾਡੀ ਅੰਦਰ ਆਤਮੇ ਦੀ ਖੇਡ ਹੈ, ਜਿਸ ਖੇਡ ਨੂੰ ਅਸੀਂ ਆਪਣੇ ਤੌਰ ਤੇ ਸ਼ਬਦ ਦੀ ਮਦਦ ਨਾਲ, ਸੰਗਤ ਦੀ ਮਦਦ ਨਾਲ ਖੇਡ ਸਕਦੇ ਹਾਂ, ਅਸੀਂ ਇੰਜੋਏ ਕਰ ਸਕਦੇ ਹਾਂ. ਬਾਕੀ ਵਿਅਕਤੀ ਪੂਜਾ, ਵਿਅਕਤੀ ਆਸਥਾ ਇਹ ਸਿੱਖੀ 'ਚ ਨਾ ਪਰਮਿਟਡ ਹੈ, ਨਾ ਅਲਾਉਡ ਹੈ, ਨਾ ਇਹ ਸਿੱਖੀ ਦਾ ਹਿੱਸਾ ਹੈਗਾ. ਅੱਗੇ ਪੌੜੀ 'ਚ ਇਹਦੀ ਵਿਵੇਚਨਾ ਹੋਰ ਫਰਦਰ ਹੋਏਗੀ. ਅੱਜ ਵਾਸਤੇ ਸਮਾਂ ਸਮਾਪਤ. ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਲਈ ਅਰਦਾਸ ਕਰਦਿਆਂ ਹੋਇਆਂ ਸਮਾਪਨ ਕਰ ਰਹੇ ਹਾਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.